वाहिगुरु जी का खालसा वाहिगुरु जी की फतेह। मस्कीन जी दी अपनी लिखी पुस्तक गुरु ज्योति कुछ झलकियां। चितराई सियाणपा कितै काम न आईए। ਸਰੀਰ ਵਿੱਚ ਦਿਮਾਗ ਦੀ ਆਪਣੀ ਖਾਸ ਥਾਂ ਹੈ ਤੇ ਪਰਮਾਤਮਾ ਦੀ ਸਭ ਤੋਂ ਵੱਡੀ ਦਿੱਤੀ ਹੋਈ ਸੁਗਾਤ ਹੈ। ਦਿਮਾਗ ਇੱਕ ਆਂਤਰਿਕ ਪ੍ਰਕਾਸ਼ ਹੈ ਜਿਸ ਨਾਲ ਜੀਵਨ ਨੂੰ ਸੇਧ ਦੇਣ ਵਿੱਚ ਮਦਦ ਮਿਲਦੀ ਹੈ। ਨੇਤਰਹੀਣ ਮਨੁੱਖ ਚੱਲਣ ਲੱਗਿਆ ਥਾਂ ਥਾਂ ਠੋਕਰਾਂ ਖਾਂਦਾ ਹੈ, ਪਰ ਕੋਈ ਅੱਖ ਬੰਦ ਕਰਕੇ ਚੱਲੇ ਤਾਂ ਵੀ ਠੋਕਰਾਂ ਖਾਵੇਗਾ। ਐਸਾ ਵੇਖਣ ਵਿੱਚ ਆਇਆ ਹੈ ਕਿ ਕਿਸੇ ਦਾ ਦਿਮਾਗ ਕੰਮ ਨਹੀਂ ਕਰਦਾ ਤੇ ਕੋਈ ਦਿਮਾਗ ਤੋਂ ਕੰਮ ਲੈਂਦਾ ਹੀ ਨਹੀਂ ਹੈ। ਜਿਸ ਦਾ ਦਿਮਾਗ ਕੰਮ ਨਾ ਕਰੇ ਅਸੀਂ ਉਸ ਨੂੰ ਪਾਗਲ ਕਹਿੰਦੇ ਹਾਂ, ਪਰ ਜੋ ਦਿਮਾਗ ਤੋਂ ਕੰਮ ਨਾ ਲਵੇ ਉਹ ਵੀ ਪਾਗਲ ਵਰਗਾ ਹੈ। ਐਸੇ ਪਾਗਲਾਂ ਦੀ ਤਾਦਾਦ ਘੱਟ ਹੈ ਜਿਨ੍ਹਾਂ ਦਾ ਦਿਮਾਗ ਕੰਮ ਨਹੀਂ ਕਰਦਾ, ਪਰ ਐਸੇ ਪਾਗਲਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਜੋ ਦਿਮਾਗ ਤੋਂ ਕੰਮ ਲੈਂਦੇ ਹੀ ਨਹੀਂ। ਦਿਮਾਗੀ ਤਲ ਤੇ ਜੀਵਨ ਵਾਲਿਆਂ ਨੂੰ ਬੁੱਧੀਮਾਨ ਕਿਹਾ ਜਾਂਦਾ ਹੈ, ਬੁੱਧੀਜੀਵੀ ਕਿਹਾ ਜਾਂਦਾ ਹੈ। ਬੁੱਧੀ ਦੀ ਜਿਸ ਦਿਸ਼ਾ ਵਿੱਚ ਵਰਤੋਂ ਕਰੀਏ ਉਸ ਪਾਸੇ ਦੀ ਜਾਣਕਾਰੀ ਵੱਧ ਜਾਂਦੀ ਹੈ। ਬੁੱਧੀ ਦੀ ਭਾਵੇਂ ਸੀਮਾ ਹੈ, ਅਸੀਮ ਗਿਆਨ ਹਾਸਲ ਕਰਨ ਦੀ ਸਮਰੱਥਾ ਇਸ ਵਿੱਚ ਹੈ। ਕਿਸੇ ਇੱਕ ਦਿਸ਼ਾ ਵਿੱਚ ਬੁੱਧੀ ਨੂੰ ਤੋੜ ਦਈਏ ਤਾਂ ਉਸ ਦਿਸ਼ਾ ਦਾ ਬੋਧ ਵੱਧਦਾ ਹੀ ਜਾਂਦਾ ਹੈ। ਸੰਸਾਰ ਅਨੇਕਾਂ ਰੂਪਾਂ ਵਿੱਚ ਪਸਰਿਆ ਹੋਇਆ ਹੈ, ਕਿਸੇ ਇੱਕ ਰੂਪ ਦਾ ਵੀ ਪੂਰਨ ਰੂਪ ਵਿੱਚ ਬੋਧ ਹਾਸਲ ਕਰਨਾ ਔਖਾ ਹੈ। ਰੇਤ ਦਾ ਜਰਰਾ, ਬਨਸਪਤੀ ਦਾ ਇੱਕ ਕਣ, ਪਾਣੀ ਦੀ ਇੱਕ ਬੂੰਦ, ਅੱਗ ਦੀ ਇੱਕ ਚਿਣਗ ਵੀ ਆਪਣੇ ਵਿੱਚ ਬਹੁਤ ਕੁਝ ਛੁਪਾਈ ਬੈਠੀ ਹੈ। ਸੰਸਾਰ ਦੇ ਅਨੇਕਾਂ ਪਹਿਲੂਆਂ ਦਾ ਬੋਧ ਇੱਕ ਵਿਅਕਤੀ ਵਾਸਤੇ ਹਾਸਲ ਕਰਨਾ ਤਾਂ ਬੜਾ ਔਖਾ ਹੈ, ਪਰ ਹਾਂ ਕਿਸੇ ਇੱਕ ਰੂਪ ਵਿੱਚ ਲੀਨਤਾ ਵੱਧ ਜਾਵੇ ਤਾਂ ਉਸ ਰੂਪ ਦਾ ਖਾਸ ਬੋਧ ਖੋਜੀ ਹਾਸਲ ਕਰ ਲੈਂਦਾ ਹੈ। ਬੁੱਧੀਜੀਵੀ ਲੋਕਾਂ ਨੇ ਸੰਸਾਰ ਦੇ ਬਹੁਤ ਡੂੰਘੇ ਰਾਜ ਜਗਤ ਦੇ ਸਾਹਮਣੇ ਰੱਖੇ ਹਨ ਤੇ ਸੰਸਾਰ ਦੇ ਕਈ ਰੂਪਾਂ ਨੂੰ ਆਪਣੀ ਬੁੱਧੀ ਦੀ ਛੋਹ ਨਾਲ ਐਸਾ ਬਣਾਇਆ ਹੈ ਕਿ ਕਈ ਤਰ੍ਹਾਂ ਦੇ ਸੰਸਾਰ ਸੁੱਖ ਹਾਸਲ ਹੋ ਰਹੇ ਹਨ। ਜਿਸ ਰੂਪ ਦਾ ਬੋਧਲ ਹਾਸਲ ਹੋ ਜਾਂਦਾ ਹੈ ਉਸ ਵਿੱਚ ਰਹੱਸ ਖਤਮ ਹੋ ਜਾਂਦਾ ਹੈ। ਰਹੱਸ ਦੇ ਖਤਮ ਹੁੰਦਿਆਂ ਹੋਰ ਖੋਜਣ ਦੀ ਭੁੱਖ ਵੀ ਖਤਮ ਹੋ ਜਾਂਦੀ ਹੈ। ਵਿਗਿਆਨ ਦੇ ਵਿੱਚ ਰਹੱਸ ਨਹੀਂ ਹੈ। ਵਿਗਿਆਨਕ ਵਿਸਮਾਦ ਰਹਿਤ ਜੀਵਨ ਬਤੀਤ ਕਰਦਾ ਹੈ। ਅੱਜ ਦੇ ਸਮੇਂ ਜਿਤਨੇ ਬੌਧਿਕ ਵਿਕਾਸ ਦੇ ਸਾਧਨ ਉਪਲਬਧ ਹਨ, ਇਤਨੇ ਪਹਿਲੇ ਪ੍ਰਿਥਵੀ ਤੇ ਕਦੇ ਉਪਲਬਧ ਨਹੀਂ ਹੋ ਸਕੇ। ਕਈ 100 ਜਾਂ 50 ਮੀਲ ਤੇ ਕਿਸੇ ਇੱਕ ਰਿਸ਼ੀ ਮੁਨੀ ਦਾ ਆਸ਼ਰਮ ਹੁੰਦਾ ਸੀ ਤੇ ਉਸ ਵਿੱਚ ਸਿਰਫ ਸੰਪੰਨ ਘਰਾਣਿਆਂ ਦੇ ਬੱਚੇ ਹੀ ਵਿੱਦਿਆ ਹਾਸਲ ਕਰ ਸਕਦੇ ਸਨ। ਸਿਰਫ 1% ਮਨੁੱਖ ਪੜ੍ਹਿਆ ਲਿਖਿਆ ਮਿਲਦਾ ਸੀ। ਅੱਜ ਕਦਮ ਕਦਮ ਤੇ ਸਕੂਲ, ਕਾਲਜ, ਯੂਨੀਵਰਸਿਟੀਆਂ ਮੌਜੂਦ ਹਨ। ਇਸ ਵਾਸਤੇ ਭੌਤਿਕ ਵਿਕਾਸ ਬਹੁਤ ਹੋਇਆ ਹੈ। ਮਨੁੱਖ ਦੀ ਜਾਣਕਾਰੀ ਹਰ ਪਹਿਲੂ ਤੋਂ ਵਧੀ ਹੈ। ਵਿਗਿਆਨ ਨੇ ਸੰਸਾਰ ਨੂੰ ਆਪਸ ਵਿੱਚ ਜੋੜ ਦਿੱਤਾ ਹੈ। ਦੁਨੀਆ ਛੋਟੀ ਹੋ ਗਈ ਹੈ। ਜੈਸੇ ਜੈਸੇ ਮਨੁੱਖ ਦੀ ਜਾਣਕਾਰੀ ਵਧੀ ਹੈ ਵੈਸੇ ਸਿਆਣਪ, ਚਤੁਰਾਈ, ਤਰਕ ਵੀ ਵਧਿਆ ਹੈ। ਇਸ ਨਾਲ ਲਾਭ ਬਹੁਤ ਘੱਟ ਹੋਇਆ ਹੈ, ਹਾਨੀ ਬਹੁਤ ਹੋਈ ਹੈ। ਸਭ ਤੋਂ ਵੱਡੀ ਹਾਨੀ ਇਹ ਹੋਈ ਹੈ ਕਿ ਚਾਤੁਰ ਮਨੁੱਖ ਈਸ਼ਵਰ ਤੋਂ ਇਨਕਾਰੀ ਹੋ ਗਿਆ ਹੈ। ਸੰਸਾਰ ਤੇ ਆਪਣੇ ਮੂਲ ਨੂੰ ਨਾ ਕਰ ਬੈਠਾ ਹੈ। ਮੂਲ ਤੋਂ ਟੁੱਟ ਗਿਆ ਹੈ। ਮਨੁੱਖ ਨਿਰਮੂਲ ਹੋ ਗਿਆ ਹੈ। ਚਾਤੁਰ ਤੇ ਸਿਆਣਾ ਮਨੁੱਖ ਬਕਾਇਦਾ ਸਬੂਤ ਮੰਗਦਾ ਹੈ। ਪਰਮਾਤਮਾ ਦਾ ਕੋਈ ਪ੍ਰਤੱਖ ਪ੍ਰਮਾਣ ਦਿੱਤਾ ਨਹੀਂ ਜਾ ਸਕਦਾ। ਜੋ ਪ੍ਰਮਾਣ ਨਹੀਂ ਦਿੰਦਾ ਵੀ ਹੈ ਤਾਂ ਉਹ ਵੀ ਸੰਸਾਰ ਦਾ ਹਿੱਸਾ ਹੁੰਦਾ ਹੈ। ਇਸ ਵਾਸਤੇ ਬੁੱਧੀਜੀਵੀ ਚਾਤੁਰ ਚਲਾਕ ਹੁੰਦੇ ਜਾ ਰਹੇ ਹਨ। ਇਸ ਤਰ੍ਹਾਂ ਆਂਤਰਿਕ ਬੇਚੈਨੀ ਵੱਧਦੀ ਪਾਗਲਪਨ ਦੇ ਦਹਿਨੇ ਤੱਕ ਆ ਪੁੱਜਦੀ ਹੈ। ਵਿਗਿਆਨ, ਸਿਆਣਪ, ਚਤੁਰਾਈ ਨੇ ਮਨੁੱਖ ਦੀਆਂ ਮੂਲ ਸਮੱਸਿਆ ਦਾ ਸਮਾਧਾਨ ਪੇਸ਼ ਨਹੀਂ ਕੀਤਾ। ਭੌਤਿਕ ਵਿਕਾਸ ਦੇ ਹੁੰਦਿਆਂ ਮਨੁੱਖ ਇਤਨਾ ਪੀੜਤ ਤੇ ਬੇਚੈਨ ਹੈ ਔਰ ਐਸਾ ਪ੍ਰਤੀਤ ਹੁੰਦਾ ਹੈ ਕਿ ਇਸ ਸਦੀ ਦੇ ਅੰਤ ਤੱਕ ਕਿਧਰੇ ਮਨੁੱਖ ਬਿਲਕੁਲ ਹੀ ਪਾਗਲ ਨਾ ਹੋ ਜਾਵੇ। ਦਰਖਤ ਜਿਤਨਾ ਉੱਪਰ ਉੱਠਦਾ ਹੈ ਉਸ ਦੀਆਂ ਜੜ੍ਹਾਂ ਉਤਨੀਆਂ ਹੀ ਥੱਲੇ ਜਾਂਦੀਆਂ ਹਨ। ਉੱਚੇ ਮਹਿਲਾਂ ਦੀਆਂ ਬੁਨਿਆਦਾਂ ਬੜੀ ਡੂੰਘੀ ਰੱਖਣੀ ਪੈਂਦੀ ਹੈ। ਬਾਹਰ ਦੀ ਸਾਰੀ ਖੋਜ ਅੰਦਰ ਦੀ ਖੋਜ ਤੋਂ ਰਹਿਤ ਹੈ। ਇਸ ਵਾਸਤੇ ਬਾਹਰੋਂ ਬਹੁਤ ਸਹੂਲਤਾਂ ਜਟਾ ਕੇ ਮਨੁੱਖ ਅੰਦਰੋਂ ਦੁਖੀ ਤੇ ਬੇਚੈਨ ਹੈ। ਇੱਕ ਉਹ ਮਨੁੱਖ ਹਨ ਜਿਨ੍ਹਾਂ ਦੀ ਖੋਜ ਆਂਤਰਿਕ ਹੈ। ਆਂਤਰਿਕ ਖੋਜ ਵਾਸਤੇ ਬੁੱਧੀ ਸਹਾਇਕ ਨਹੀਂ ਹੈ, ਇਹ ਤਾਂ ਦੁਆਰ ਤੇ ਹੀ ਰਹਿ ਜਾਂਦੀ ਹੈ। ਇਸ ਖੋਜ ਵਾਸਤੇ ਨਿਰਵਿਚਾਰ ਅਵਸਥਾ ਚਾਹੀਦੀ ਹੈ। ਚਤੁਰਾਈ ਸਿਆਣਪ ਕੰਮ ਨਹੀਂ ਆਉਂਦੀ। ਚਤੁਰਾਈ ਸਿਆਣਪਾ ਕਿਤੈ ਕੰਮ ਨਾ ਆਈਐ। ਆਸਾ ਮਹੱਲਾ 5 ਅੰਗ 396। ਵਿਚਾਰਾਂ ਦੇ ਵੇਗ ਨੂੰ ਤਿੱਖਾ ਕਰਨ ਦੀ ਜਾਂਚ ਮਨੁੱਖ ਨੂੰ ਆ ਗਈ ਹੈ ਤੇ ਵਿਚਾਰਾਂ ਦਾ ਤੀਬਰ ਵੇਗ ਹੁਣ ਜਨਮ ਦਰ ਜਨਮ ਦਾ ਅਭਿਆਸ ਬਣ ਗਿਆ ਹੈ ਔਰ ਵਿਚਾਰਾਂ ਦੇ ਵੇਗ ਨੂੰ ਸ਼ਾਂਤ ਕਰਨਾ, ਰੋਕਣਾ ਹੁਣ ਬਿਲਕੁਲ ਭੁੱਲ ਗਿਆ ਹੈ ਤੇ ਆਪਣੀ ਇਸ ਸਮਰੱਥਾ ਤੋਂ ਵੀ ਬਾਹਰ ਸਮਝਦਾ ਹੈ।
ਵਿਚਾਰਾਂ ਦਾ ਅਤੀ ਤੀਬਰ ਵੇਗ ਦਿਮਾਗ ਨੂੰ ਬੋਝਲ ਕਰ ਪਾਗਲਪਨ ਦੀ ਹਾਲਤ ਤੱਕ ਪਹੁੰਚਾ ਦਿੰਦਾ ਹੈ। ਪਾਗਲਖਾਨਿਆਂ ਵਿੱਚ ਜ਼ਿਆਦਾ ਗਿਣਤੀ ਐਸੇ ਲੋਕਾਂ ਦੀ ਹੈ। ਦੂਜੇ ਉਹ ਮਨੁੱਖ ਹਨ ਜਿਨ੍ਹਾਂ ਦੇ ਆਪਣੇ ਵਿਚਾਰਾਂ ਦੇ ਵੇਗ ਤੇ ਕਾਬੂ ਪਾ ਲਿਆ ਹੈ ਤੇ ਸ਼ਾਂਤ ਹੋ ਗਏ ਹਨ। ਇੱਕ ਅਕਹਿ ਡੂੰਘੇ ਰਸ ਵਿੱਚ ਉਹਨਾਂ ਦਾ ਆਤਮਾ ਹੁਲਾਰੇ ਲੈਂਦੀ ਹੈ। ਦੋ ਤਰ੍ਹਾਂ ਦੇ ਮਨੁੱਖਾਂ ਦਾ ਆਮ ਲੋਕਾਂ ਨਾਲ ਤਾਲਮੇਲ ਨਹੀਂ ਬੈਠਦਾ। ਇੱਕ ਉਹ ਜੋ ਵਿਚਾਰਾਂ ਦੇ ਅਤੀ ਤੀਬਰ ਵੇਗ ਕਰਕੇ ਆਪਣਾ ਦਿਮਾਗੀ ਸੰਤੁਲਨ ਖੋ ਬੈਠੇ ਹਨ ਤੇ ਪਾਗਲ ਹੋ ਗਏ ਹਨ। ਦੂਜੇ ਉਹ ਜਿਨ੍ਹਾਂ ਨੇ ਆਪਣੇ ਬਿਲੋੜੇ ਵਿਚਾਰਾਂ ਦੇ ਵੇਗ ਨੂੰ ਰੋਕ ਕੇ ਪਰਮ ਸ਼ਾਂਤੀ ਤੇ ਆਤਮਿਕ ਆਨੰਦ ਪ੍ਰਾਪਤ ਕਰ ਲਿਆ ਹੈ। ਆਮ ਲੋਕਾਂ ਦੀ ਦ੍ਰਿਸ਼ਟੀ ਵਿੱਚ ਐਸੇ ਦੋਵੇਂ ਮਨੁੱਖ ਪਾਗਲ ਹਨ ਕਿਉਂਕਿ ਆਮ ਮਨੁੱਖੀ ਸਮਾਜ ਨਾਲ ਇਹਨਾਂ ਦਾ ਤਾਲਮੇਲ ਨਹੀਂ ਬੈਠਦਾ। ਪਾਗਲ ਦੀ ਜੀਵਨ ਚਰਿਆ ਤੇ ਬੋਲ ਇਤਨੇ ਨੀਵੇਂ ਹਨ, ਆਮ ਲੋਕਾਂ ਦੇ ਪੈਰਾਂ ਹੇਠੋਂ ਬੋਲ ਲੰਘ ਜਾਂਦੇ ਹਨ। ਪਰ ਸ਼ਾਂਤ ਚਿੱਤ ਭਗਤ ਦੀ ਰਹਿਣੀ ਬਹਿਣੀ ਤੇ ਬੋਲ ਇਤਨੇ ਉੱਚੇ ਹਨ ਕਿ ਉਹ ਆਮ ਮਨੁੱਖਾਂ ਦੇ ਸਿਰ ਦੇ ਉੱਪਰੋਂ ਲੰਘ ਜਾਂਦੇ ਹਨ। ਇਸ ਵਾਸਤੇ ਦੋਹਾਂ ਦਾ ਤਾਲਮੇਲ ਸੰਸਾਰ ਨਾਲ ਨਹੀਂ ਬੈਠਦਾ। ਜਿੱਥੇ ਪਾਗਲ ਨੂੰ ਪਾਗਲਖਾਨੇ ਭੇਜ ਦਿੱਤਾ ਜਾਂਦਾ ਹੈ, ਉੱਥੇ ਭਗਤ ਤੱਤੀ ਤਵੀ ਤੇ ਬਿਠਾਣਾ, ਦੀਵਾਰਾਂ ਵਿੱਚ ਚਿਣਨਾ, ਜ਼ਹਿਰ ਦਾ ਪਿਆਲਾ ਪਿਆਣਾ ਤੇ ਉੱਭਦੀ ਦੇਗ ਵਿੱਚ ਉਬਾਲਣਾ ਤੇ ਬੰਦ ਦੀ ਸਜ਼ਾ ਕਟਾ ਦੀ ਸਜ਼ਾ ਦਿੱਤੀ ਜਾਂਦੀ ਹੈ। ਪਾਗਲ ਵਾਸਤੇ ਤਾਂ ਸੰਸਾਰੀਆਂ ਦੇ ਅੰਦਰ ਹਮਦਰਦੀ ਵਾਸਤੇ ਥਾਂ ਹੁੰਦੀ ਹੈ, ਪਰ ਭਗਤਾਂ ਵਾਸਤੇ ਨਹੀਂ। ਭਗਤ ਦੀ ਆਂਤਰਿਕ ਪ੍ਰਸੰਨਤਾ ਸੰਸਾਰੀ ਤੇ ਸਿੰਘਾਸਨ ਨੂੰ ਡੁਲਾ ਦਿੰਦੀ ਹੈ। ਉਸ ਦਾ ਆਤਮਿਕ ਹੁਲਾਰਾ ਹੰਕਾਰ ਨੂੰ ਚੋਟ ਮਾਰਦਾ ਹੈ। ਇਸ ਵਾਸਤੇ ਭਗਤ ਨੂੰ ਸਹਿਣ ਕਰਨਾ ਔਖਾ ਹੈ। ਭਗਤਾਂ ਤੋਂ ਪਿੱਛਾ ਛਡਾਉਣ ਦਾ ਆਸਾਨ ਤਰੀਕਾ ਫਿਰ ਇਹੀ ਹੱਥ ਰਹਿ ਜਾਂਦਾ ਹੈ ਕਿ ਭਗਤਾਂ ਨੂੰ ਵੀ ਪਾਗਲ ਆਖਿਆ ਜਾਏ। ਬਨਾਰਸ ਦੇ ਸਭ ਤੋਂ ਸਿਆਣੇ ਮਨੁੱਖ ਕਬੀਰ ਨੂੰ ਵਿਦਿਆ ਦੇ ਮਾਣ ਵਿੱਚ ਪਗਲੇ ਹੋਏ ਪੰਡਤਾਂ ਨੇ ਪਾਗਲ ਕਹਿਣਾ ਸ਼ੁਰੂ ਕੀਤਾ। ਲੋਕ ਕਹੈ ਕਬੀਰ ਬੌਰਾਨਾ, ਕਬੀਰ ਕਾ ਮਰਮ ਰਾਮ ਪਹਿਚਾਨਾ। ਭਗਤ ਕਬੀਰ ਜੀ, ਅੰਗ 1158। ਯੁੱਗ ਦੀ ਸ੍ਰੇਸ਼ਟ ਪਵਿੱਤਰ ਆਤਮਾ ਗੁਰੂ ਨਾਨਕ ਦੇਵ ਜੀ, ਜੋ ਜ਼ਿੰਦਗੀ ਨੂੰ ਇੱਕ ਸੁਰ ਇੱਕ ਤਾਲ ਦੇਣ ਲਈ ਆਏ, ਜੋ ਜਗਤ ਵਿੱਚ ਬੋਝਲ ਤੇ ਬਿਲੋੜੇ ਵਿਚਾਰਾਂ ਦੇ ਭੂਤ ਨੇ ਉਤਾਰਨ ਆਏ, ਜਗਤ ਨੇ ਉਹਨਾਂ ਨੂੰ ਵੀ ਭੂਤਨਾ ਤੇ ਬਤਾਲਾ ਕਹਿਣਾ ਸ਼ੁਰੂ ਕਰ ਦਿੱਤਾ। ਸੰਸਾਰ ਦੀ ਸਭ ਤੋਂ ਸਿਆਣੀ ਆਤਮਾ ਨੂੰ ਪਾਗਲ ਤੇ ਦੀਵਾਨਾ ਆਖ ਕੇ ਜਗਤ ਨੇ ਆਪਣਾ ਪਾਗਲਪਨ ਮਜ਼ਬੂਤ ਕੀਤਾ। ਅੰਧੇ ਵਾਸਤੇ ਸੂਰਜ ਦਾ ਚਾਨਣਾ ਬੇਮਾਨੀ ਹੈ ਤੇ ਬੰਜਰ ਜ਼ਮੀਨ ਵਿੱਚ ਅੰਕੁਰਿਤ ਨਹੀਂ ਹੁੰਦੇ, ਚਾਹੇ ਕਿਤਨਾ ਪਾਣੀ ਬਰਸੇ। क्षमा हक से जो मुनव्वर हो वो ये महफिल न थी, बारिश रहमत हुई पर जमी काबिल न थी। कुछ सुझा के रोशनी तो लाभ ले सके, कुछ कोमल ਹਿਰਦਿਆਂ ਵਿੱਚ ਹੀ ਬਾਬੇ ਦੇ ਬੀਜ ਰੂਪ ਰੱਬੀ ਗੀਤ ਅੰਕੁਰਿਤ ਹੋਏ। ਵਧੇਰੇ ਜਗਤ ਆਪਣੀ ਮੂਰਤਾ ਨਾਲ ਭਰੀ ਸਿਆਣਪ ਕਰਕੇ ਰੱਬੀ ਸਿਆਣਪ ਤੋਂ ਵਾਂਝੇ ਰਹਿ ਗਿਆ। ਅਗਲਾ ਭਾਗ। ਕੁੰਡਲਨੀ ਸੁਰਜੀ ਸਤ ਸੰਗਤ, ਪਰਮਾਨੰਦ ਗੁਰੂ ਮੁਖ ਮਚਾ। ਜੀਵਨ ਇੱਕ ਪਰਮ ਸ਼ਕਤੀ ਹੈ। ਇਸ ਸ਼ਕਤੀ ਦੀ ਅਗਰ ਸਹੀ ਵਰਤੋਂ ਨਾ ਕੀਤੀ ਜਾਵੇ ਤਾਂ ਆਪਣੇ ਆਪ ਗਲਤ ਹੋ ਜਾਂਦੀ ਹੈ। ਜੋ ਉੱਪਰ ਨਹੀਂ ਉੱਠਦਾ ਉਹ ਥੱਲੇ ਆ ਪੈਂਦਾ ਹੈ। ਜੋ ਰੋਸ਼ਨ ਨਹੀਂ ਹੁੰਦਾ ਉਹ ਬੁੱਝ ਜਾਂਦਾ ਹੈ। ਜੋ ਅੱਗੇ ਨਹੀਂ ਵਧਦਾ ਉਹ ਪਿੱਛੇ ਹਟ ਜਾਂਦਾ ਹੈ। ਜੀਵਨ ਗਤੀਮਾਨ ਹੈ, ਜਿਸ ਵਿੱਚ ਗਤੀ ਨਹੀਂ ਉਹ ਤਾਂ ਮੌਤ ਹੈ। ਜੀਵਨ ਇੱਕ ਹਰਕਤ ਹੈ ਔਰ ਇਹ ਅਟਲ ਨਿਯਮ ਹੈ ਕਿ ਜੋ ਅਗਾਂਹ ਨੂੰ ਗਤੀਮਾਨ ਨਹੀਂ ਹੁੰਦਾ ਉਹ ਫਿਰ ਪਿੱਛੇ ਹਟ ਜਾਂਦਾ ਹੈ। ਪਹਾੜਾਂ ਦੀਆਂ ਉੱਚੀਆਂ ਚੋਟੀਆਂ ਤੇ ਠੰਡ ਹੁੰਦੀ ਹੈ। ਧਰਤੀ ਤੋਂ ਜੋ ਜਿਤਨਾ ਉੱਚਾ ਉੱਠਦਾ ਹੈ ਉਸ ਦਾ ਭਾਰ ਘਟਦਾ ਹੈ। ਧਰਤੀ ਦੀ ਇੱਕ ਸੀਮਾ ਤੱਕ ਕਸ਼ਿਸ਼ ਹੈ। ਇੱਕ ਵਿਸ਼ੇਸ਼ ਦੂਰੀ ਤੇ ਜਾ ਕੇ ਕਸ਼ਿਸ਼ ਘਟਣ ਨਾਲ ਭਾਰ ਵੀ ਘਟ ਜਾਂਦਾ ਹੈ। ਇਹੀ ਨਿਯਮ ਮਨੁੱਖੀ ਸੁਰਤ ਤੇ ਵੀ ਲਾਗੂ ਹੈ। ਸ਼ਬਦ ਦੇ ਆਸਰੇ ਜਾਪ ਕਰਕੇ ਕੋਈ ਸੁਰਤ ਨੂੰ ਉੱਚਿਆਂ ਕਰਨਾ ਚਾਹੇ ਤਾਂ ਸ਼ੁਰੂ ਵਿੱਚ ਬਹੁਤ ਕਠਿਨਾਈ ਹੁੰਦੀ ਹੈ। ਧਰਤੀ ਸੁਰਤ ਨੂੰ ਥੱਲੇ ਆਪਣੇ ਪਾਸੇ ਖਿੱਚਦੀ ਹੈ। ਧਨ ਰੂਪ ਇੰਦਰੀਆਂ ਦੇ ਸਾਰੇ ਰਸ ਜ਼ਮੀਨ ਦੇ ਵਿੱਚ ਹਨ ਤੇ ਜ਼ਮੀਨ ਹੀ ਸਭ ਕੁਝ ਪੈਦਾ ਕਰਦੀ ਹੈ। ਧਨ ਰੂਪ ਤੇ ਪਦਾਰਥ ਸੁਰਤ ਨੂੰ ਥੱਲੇ ਖਿੱਚਦੇ ਹਨ। ਇਹ ਪਦਾਰਥ ਸਭ ਧਰਤੀ ਦਾ ਹਿੱਸਾ ਹਨ। ਸੋ ਧਰਤੀ ਹੀ ਇਹਨਾਂ ਪਦਾਰਥਾਂ ਦੇ ਰੂਪ ਵਿੱਚ ਆਪਣੀ ਕਸ਼ਿਸ਼ ਬਣਾਈ ਰੱਖਦੀ ਹੈ ਤੇ ਸੁਰਤ ਬਾਰ-ਬਾਰ ਥੱਲੇ ਆ ਜਾਂਦੀ ਹੈ। ਅਨੇਕਾਂ ਪਦਾਰਥ ਸੁਰਤ ਨੂੰ ਥੱਲੇ ਸੁੱਟਣ ਦਾ ਕਾਰਨ ਬਣਦੇ ਹਨ, ਪਰ ਸੁਰਤ ਉੱਚੀ ਉੱਠ ਸਕੇ ਤੇ ਇਤਨੀ ਉੱਚੀ ਉੱਠ ਸਕੇ ਜਿੱਥੇ ਧਰਤੀ ਦੀ ਕਸ਼ਿਸ਼ ਘਟ ਜਾਂਦੀ ਹੈ ਜਾਂ ਖਤਮ ਹੋ ਜਾਂਦੀ ਹੈ। ਵਸੀਲਾ ਸਿਰਫ ਸ਼ਬਦ ਦਾ ਜਾਪ ਹੀ ਹੈ। ਜਾਪ ਨਾਲ ਸੁਰਤ ਉੱਚੀ ਉੱਠਦੀ ਹੈ ਤੇ ਸੁਰ ਦੇ ਉੱਚਾ ਉੱਠਣ ਨਾਲ ਜੀਵਨ ਸ਼ਕਤੀ ਦਾ ਉਛਾਲ ਵੀ ਉੱਪਰ ਹੋ ਜਾਂਦਾ ਹੈ। ਸੁਰਤ ਸ਼ਕਤੀ ਦੇ ਉੱਪਰ ਉੱਠਦਿਆਂ ਕੁਝ ਅਗੰਮੀ ਨਜ਼ਾਰੇ ਦੀ ਝਾਕੀ ਦਿਸਦੀ ਹੈ ਜੋ ਅਕੱਥ ਹੈ। ਇਸ ਸ਼ਕਤੀ ਕੁੰਡਲ ਮਾਰ ਕੇ ਸਪਨੇ ਦੀ ਤਰ੍ਹਾਂ ਨਾਭੀ ਦੇ ਥੱਲੇ ਬੈਠੀ ਹੋਈ ਹੈ ਔਰ ਸ਼ਕਤੀ ਦਾ ਮੂੰਹ ਥੱਲੇ ਹੈ, ਜਿਵੇਂ ਸਪਨੀ ਸਿਰ ਢਾ ਕੇ ਕੁੰਡਲ ਮਾਰ ਕੇ ਬੈਠੀ ਹੋਵੇ। ਕੁੰਡਲ ਮਾਰ ਕੇ ਬੈਠੀ ਇਸ ਸ਼ਕਤੀ ਨੂੰ ਜਗਾਉਣ ਦੀ ਜੋ ਸਾਧਨਾ ਵਿੱਚ ਗੱਤੇ ਰਹੇ, ਉਹਨਾਂ ਨੇ ਇਸ ਸਾਧਨਾ ਦਾ ਨਾਮ ਕੁੰਡਲਨੀ ਯੋਗ ਰੱਖ ਦਿੱਤਾ।
ਪ੍ਰਾਣਾਯਾਮ ਕਰਕੇ ਅਫੁਰ ਅਵਸਥਾ ਬਣਾ ਕੇ ਤੇ ਵਿਸ਼ੇਸ਼ ਯੋਗ ਦੀ ਸਾਧਨਾ ਨਾਲ ਇਸ ਸ਼ਕਤੀ ਨੂੰ ਜਗਾਉਣਾ ਤੇ ਉੱਪਰ ਉਠਾਉਣਾ ਧਾਰਮਿਕ ਦੁਨੀਆ ਵਿੱਚ ਇਹ ਜੀਵਨ ਮਨੋਰਥ ਰਿਹਾ ਹੈ। ਸਰੀਰ ਦੇ ਅੰਦਰ 6 ਚੱਕਰ ਯੋਗੀਆਂ ਦੇ ਮੰਨੇ ਹਨ ਤੇ 6 ਚੱਕਰਾਂ ਵਿੱਚੋਂ ਲੰਘ ਕੇ ਜਦ ਸ਼ਕਤੀ ਉੱਪਰ ਉੱਠਦੀ ਹੈ ਤਾਂ ਉਸ ਨੂੰ ਪਰਮ ਪਦ ਦੀ ਪ੍ਰਾਪਤੀ ਆਖਿਆ ਜਾਂਦਾ ਹੈ। ਇੱਥੇ ਹਜ਼ਾਰਾਂ ਪੰਖੜੀਆਂ ਵਾਲਾ ਕਮਰ ਖਿੜ ਪੈਂਦਾ ਹੈ ਜੋ ਅਤੀ ਸੁੰਦਰ ਹੈ ਤੇ ਪਰਮ ਆਨੰਦ ਦੇਣ ਵਾਲਾ ਹੈ। ਸਰੀਰ ਸਰੋਵਰ ਪੀਤਰੇ ਆਛੈ ਕਮਲ ਅਨੂਪ ਪਰਮ ਜੋਤ ਪੁਸ਼ ਖੋਤਮੋ ਜਾ ਕੈ ਰੇਖ ਨਾ ਰੂਪ। ਬਿਲਾਵਲ ਕਬੀਰ ਜੀ ਅੰਗ 857। ਨੰਬਰ 1 ਸ਼ਕਤੀ ਜਪ ਨਾਲ ਜਾਂ ਯੋਗ ਸਾਧਨਾ ਦੇ ਬਲ ਨਾਲ ਜਦ ਉੱਪਰ ਉੱਠਦੀ ਹੈ ਤਾਂ ਸਭ ਤੋਂ ਪਹਿਲੇ ਮੂਲਾਧਾਰ ਚੱਕਰ ਨੂੰ ਵਿੰਨ ਕੇ ਅੱਗੇ ਲੰਘਦੀ ਹੈ। ਮੂਲਾਧਾਰ ਤੋਂ ਅੱਗੇ ਲੰਘਦਿਆਂ ਹੀ ਕਾਮ ਵਾਸ਼ਨਾ ਸਮਾਪਤ ਹੋ ਜਾਂਦੀ ਹੈ। ਅਗਰ ਕੁਝ ਹੁੰਦੀ ਵੀ ਹੈ ਤਾਂ ਸਿਰਫ ਰੇਖਾ ਮਾਤਰ, ਸੱਪ ਲੰਘ ਗਿਆ ਹੈ, ਸਿਰਫ ਲਕੀਰ ਰਹਿੰਦੀ ਹੈ। ਅਗਰ ਜਾਪ ਵਿੱਚ ਸੁਸਤੀ ਆ ਜਾਵੇ ਤਾਂ ਉੱਠੀ ਹੋਈ ਇਹ ਸ਼ਕਤੀ ਫਿਰ ਥੱਲੇ ਆ ਸਕਦੀ ਹੈ। ਅਕਸਰ ਇੱਥੋਂ ਵਾਪਸ ਥੱਲੇ ਮੁੜ ਜਾਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਪਾਣੀ ਦੇ ਸੁਭਾਅ ਦੀ ਤਰ੍ਹਾਂ ਸ਼ਕਤੀ ਦਾ ਵੇਗ ਵੀ ਥੱਲੇ ਨੂੰ ਜਾਂਦਾ ਹੈ ਤੇ ਥੱਲੇ ਸਿਰਫ ਕਾਮ ਰਸ ਹੈ। ਰਾਮ ਰਸ ਤਾਂ ਉਦੋਂ ਪ੍ਰਾਪਤ ਹੁੰਦਾ ਹੈ ਜਦ ਸ਼ਕਤੀ 6ਵੇਂ ਚੱਕਰ ਆਗਿਆ ਚੱਕਰ ਨੂੰ ਵਹਿੰਦੀ ਹੈ। ਕਾਮ ਤੋਂ ਉੱਚਾ ਉੱਠਦਿਆਂ ਬੀਤੀ ਜ਼ਿੰਦਗੀ ਦਾ ਪਛਤਾਪ ਵੀ ਪੈਦਾ ਹੋ ਜਾਂਦਾ ਹੈ। ਜੋ ਸ਼ਕਤੀ ਨਸ਼ਟ ਹੋ ਗਈ, ਜੋ ਜੀਵਨ ਕੌਡੀ ਦੇ ਭਾਅ ਚਲਾ ਗਿਆ, ਉਸ ਦਾ ਅਫਸੋਸ ਹੋਣਾ ਸੁਭਾਵਿਕ ਹੈ। ਮੂਲਾਧਾਰ ਚੱਕਰ ਨੂੰ ਵਿੰਨ ਕੇ ਜਦ ਨਿਸ਼ਕਾਮ ਦੁਨੀਆ ਦੀ ਝਲਕ ਦਿਖਦੀ ਹੈ ਤਾਂ ਸ਼ਕਤੀ ਨੂੰ ਸੁਰ ਦੇ ਆਸਰੇ ਲੋਕ ਉੱਪਰ ਲੈ ਜਾਣ ਦੀ ਖਿੱਚ ਤੜਫ ਪੈਦਾ ਹੁੰਦੀ ਹੈ। ਨੰਬਰ 2 ਜਪ ਸਾਧਨਾ ਕਰਦੇ ਕਰਦੇ ਸ਼ਕਤੀ ਹੋਰ ਉੱਪਰ ਉੱਠਦੀ ਹੈ ਤੇ ਦੂਜਾ ਚੱਕਰ ਸਭ ਦਿਸ਼ਟਾਨ ਹੈ। ਇੱਥੇ ਮੌਤ ਦਾ ਭੈ ਸਮਾਪਤ ਹੋ ਜਾਂਦਾ ਹੈ ਕਿਉਂਕਿ ਇਸ ਜ਼ਿੰਦਗੀ ਤੋਂ ਕੋਈ ਉੱਚੀ ਜ਼ਿੰਦਗੀ ਦੀ ਝਲਕ ਦਿਸ ਪੈਂਦੀ ਹੈ ਜਿੱਥੇ ਅਭਿਆਸੀ ਮੌਤ ਦੇ ਭੈ ਤੋਂ ਰਹਿਤ ਹੋ ਜਾਂਦਾ ਹੈ। ਭੈ ਦਾ ਪੱਥਰ ਹਟਦਿਆਂ ਹਿਰਦਾ ਹੌਲਾ ਫੁੱਲ ਹੁੰਦਾ ਹੈ ਤੇ ਇੱਥੇ ਇਹ ਵੀ ਅਹਿਸਾਸ ਹੁੰਦਾ ਹੈ ਕਿ ਭੈ ਤਾਂ ਕਿਤਨਾ ਵੱਡਾ ਬੋਝ ਨਾ ਸਮਝੀ ਕਾਰਨ ਚੁੱਕੀ ਰੱਖਿਆ ਹੈ। ਇੱਥੇ ਭਰਮ ਨਾਸ ਹੋ ਜਾਂਦਾ ਹੈ ਕਿ ਮੈਂ ਸਿਰਫ ਤਨ ਹਾਂ ਤੇ ਨਾਸਵੰਤ ਹਾਂ। ਭਰਮ ਤੇ ਭੈ ਦੋਵੇਂ ਇਕੱਠੇ ਹੀ ਰਹਿੰਦੇ ਹਨ। ਨੀਂਦ ਵਿੱਚ ਰਾਜਾ ਆਪਣੇ ਆਪ ਨੂੰ ਭਿਖਾਰੀ ਸਮਝ ਜਿਵੇਂ ਰੋਂਦਾ ਹੈ, ਹੂ ਬਹੂ ਇਹੀ ਹਾਲਤ ਭਰਮ ਕਰਕੇ ਮੌਤ ਦਾ ਭੈ ਹੋਣ ਕਰਕੇ ਹੁੰਦੀ ਹੈ। ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ ਅਛਤ ਰਾਜ ਬਿਸ਼ਰਤ ਦੁਖ ਪਾਇਆ ਸੋਗਤ ਭਈ ਹਮਾਰੀ। ਰਾਗ ਸੋਰਠ ਭਗਤ ਰਵਿਦਾਸ ਜੀ ਅੰਗ 657। ਨੰਬਰ 3 ਤੀਜਾ ਚੱਕਰ ਮਣੀਪੁਰ ਹੈ। ਫੁਰਨਿਆਂ ਦੀ ਦੁਨੀਆ, ਵਿਅਰਥ ਵਿਚਾਰਾਂ ਦਾ ਮੰਡਲ ਜਿੱਥੇ ਸਾਰਾ ਦਿਨ ਵਿਚਾਰ ਆਉਂਦੇ ਹਨ। ਜਿਵੇਂ ਸੜਕ ਤੇ ਰਾਹੀਗੀਰਾਂ ਦੀ ਭੀੜ ਹੁੰਦੀ ਹੈ ਤਿਵੇਂ ਹੀ ਇੱਥੇ ਵਿਚਾਰਾਂ ਦੀ ਭੀੜ ਹੁੰਦੀ ਹੈ। ਜਪ ਸ਼ਕਤੀ ਨਾਲ ਜਦ ਜੀਵਨ ਸ਼ਕਤੀ ਹੋਰ ਉੱਪਰ ਉੱਠਦੀ ਹੈ ਤਾਂ ਵਿਅਰਥ ਦੇ ਵਿਚਾਰਾਂ ਦਾ ਤਾਂਤਾ ਟੁੱਟ ਜਾਂਦਾ ਹੈ। ਫਾਲਤੂ ਵਿਚਾਰਾਂ ਦਾ ਭਾਰ ਵੀ ਗਿਰ ਜਾਂਦਾ ਹੈ ਤੇ ਹਿਰਦਾ ਹੋਰ ਪ੍ਰਫੁੱਲਿਤ ਹੋ ਜਾਂਦਾ ਹੈ। ਇਸ ਮੋਨੀਪੁਰ ਚੱਕਰ ਨੂੰ ਵਿੰਨ ਵਿਅਰਥ ਦੇ ਵਿਚਾਰਾਂ ਤੋਂ ਉੱਪਰ ਉੱਠ ਜਾਂਦਾ ਹੈ। ਨੰਬਰ 4 ਚੌਥਾ ਚੱਕਰ ਅਨਾਹਤ ਹੈ। ਇਹ ਚੱਕਰ ਹਿਰਦੇ ਵਿੱਚ ਹੈ। ਇੱਥੇ ਪਹੁੰਚ ਕੇ ਮਨੁੱਖ ਬ੍ਰਹਮ ਦੀ ਬਾਣੀ ਸੁਣਨ ਵਿੱਚ ਸਮਰੱਥ ਹੋ ਜਾਂਦਾ ਹੈ ਜਿਸ ਨੂੰ ਅਨਹਦ ਧੁਨ ਕਹਿੰਦੇ ਹਨ। ਉਹ ਇਸ ਚੱਕਰ ਨੂੰ ਵਿੰਨ ਕੇ ਹੀ ਸੁਣੀ ਜਾ ਸਕਦੀ ਹੈ। ਇਹ ਧੁਨ ਇੱਥੇ ਹਮੇਸ਼ਾ ਹੀ ਵੱਜ ਰਹੀ ਹੁੰਦੀ ਹੈ। ਭਗਤ ਗਿਆਨ ਦਿਆ ਭੰਡਾਰਨ ਕਟ ਕਟ ਵਾਜੈ ਨਾਦ। ਜਪਜੀ ਸਾਹਿਬ। ਇਹ ਨਾਦ ਘਟ ਘਟ ਵਿੱਚ ਵੱਜ ਰਿਹਾ ਹੈ। ਵਿਚਾਰਾਂ ਰਾਹੀਂ ਜਦ ਸ਼ਕਤੀ ਵਹਿਣ ਬਾਹਰ ਮੁਖੀ ਹੁੰਦੀ ਹੈ ਤਾਂ ਇਹ ਅਨਹਦ ਨਾਦ ਸੁਣਾਈ ਨਹੀਂ ਦਿੰਦਾ। ਵਿਚਾਰਾਂ ਦਾ ਵੇਗ ਸ਼ਾਂਤ ਹੁੰਦਿਆਂ ਹੀ ਸੂਰਤ ਦੇ ਆਸਰੇ ਸ਼ਕਤੀ ਉੱਪਰ ਉੱਠਣ ਨਾਲ ਚੌਥਾ ਚੱਕਰ ਵੀ ਜਦ ਵਿੰਨਿਆ ਜਾਂਦਾ ਹੈ ਤਾਂ ਅਨਹਦ ਧੁਨੀ ਸੁਣਾਈ ਦਿੰਦੀ ਹੈ। ਹੁਣ ਜੀਵਨ ਇੱਕ ਲੈਅਬੱਧ ਹੋ ਜਾਂਦਾ ਹੈ। ਜਿਵੇਂ ਕਿਸੇ ਸਾਜ਼ ਨੂੰ ਸੁਰ ਕਰ ਲਿਆ ਜਾਵੇ, ਇਵੇਂ ਹੀ ਸੁਰਤ ਤੋਂ ਰੁਕ ਜਾਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਅਨਹਦ ਧੁਨੀ ਦੀਆਂ ਮਿੱਠੀਆਂ ਗੁੰਜਾਰਾਂ ਕਈ ਦਫਾ ਰੋਕੀ ਰੱਖਦੀਆਂ ਹਨ ਤੇ ਅਭਿਆਸੀ ਇਸੇ ਨੂੰ ਪਰਮਪਦ ਸਮਝ ਲੈਂਦਾ ਹੈ। ਪਰ ਇਹ ਤਾਂ ਉਸ ਦੇ ਦਰ ਤੇ ਵੱਜ ਰਹੀ ਨੌਬਤ ਹੈ। ਅਕਾਲ ਪੁਰਖ ਆਪ ਵੀ ਅਤੀ ਸੁੰਦਰ ਤੇ ਆਨੰਦਮਈ ਹੈ। ਉਸ ਦਾ ਮਾਰਗ ਵੀ ਤਰ੍ਹਾਂ ਤਰ੍ਹਾਂ ਦੀਆਂ ਰੌਣਕਾਂ ਨਾਲ ਭਰਿਆ ਹੋਇਆ ਹੈ। ਅਨਹਦੀ ਧੁਨ ਇੱਕ ਤਾਰ ਵੱਜਦੀ ਰਹੇ, ਭਾਵ ਸੁਣਾਈ ਦਿੰਦੀ ਰਹੇ। ਅਭਿਆਸੀ ਅਨਾਹਤ ਜਾਪ, ਬਾਣੀ ਦਾ ਜਾਪ ਰਸਨਾ ਨਾਲ
ਕਰੀ ਜਾਂਦਾ ਹੈ। ਅਗਲੀ ਅਵਸਥਾ ਜੋ ਬਣਦੀ ਹੈ ਉਹ ਅਤੀ ਆਨੰਦਮਈ ਹੈ। ਨਦੀ ਸਾਗਰ ਦੇ ਤੱਟਾਂ ਤੱਕ ਆ ਗਈ। ਬੀਜ ਆਪਣੀ ਯਾਤਰਾ ਪੂਰੀ ਕਰ ਫੁੱਲ ਦੇ ਵਿੱਚੋਂ ਫਲ ਰਾਹੀਂ ਪ੍ਰਗਟ ਹੋਣਾ ਚਾਹੁੰਦਾ ਹੈ। ਨੰਬਰ 5, ਪੰਜਵਾਂ ਚੱਕਰ ਵਿਸ਼ੁੱਧ ਹੈ, ਜਿੱਥੇ ਮੂਲਾਧਾਰ ਨਾਭੀ ਦੇ ਕੋਲ ਹੈ। ਸਵਦਿਸ਼ਟਾਨ ਨਾਭੀ ਤੋਂ ਉੱਪਰ ਹੈ। ਮਣੀਪੁਰ ਹਿਰਦੇ ਦੇ ਥੱਲੇ ਹੈ ਤੇ ਅਨਹਦ ਹਿਰਦੇ ਦੇ ਉੱਪਰ ਵਿਸ਼ੁੱਧ ਕੰਠ ਹੈ ਦੇ ਵਿੱਚ ਹੈ। ਸ਼ਬਦ ਦੇ ਜਾਪ ਨਾਲ ਸੁਰ ਦੇ ਆਸਰੇ ਜਾਂ ਜੀਵਨ ਸ਼ਕਤੀ ਕੰਠ ਤੱਕ ਪਹੁੰਚਦੀ ਹੈ ਤਾਂ ਰਸਨਾ ਸੱਤ ਨੂੰ ਪ੍ਰਗਟ ਕਰਨ ਵਿੱਚ ਸਮਰੱਥ ਹੋ ਜਾਂਦੀ ਹੈ। ਹੁਣ ਮਿੱਥਿਆ ਰਸਨਾ ਨਹੀਂ ਬੋਲਦਾ। ਮਿੱਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ। ਗੌੜੀ ਸੁਖਮਨੀ ਮਹਲਾ ਪੰਜਵਾਂ, ਅੰਗ 274। ਰਸਨਾ ਸੱਚ ਦੇ ਵਸਨ ਨਾਲ ਸੁੱਚੀ ਹੋ ਜਾਂਦੀ ਹੈ। ਨਾਮ ਕਹਿਤ ਗੋਬਿੰਦ ਕਾ ਸੂਚਾ ਭਈ ਰਸਨਾ, ਸੂਚੀ ਭਈ ਰਸਨਾ। ਬਿਲਾਵਲ ਮਹਲਾ ਪੰਜਵਾਂ, ਅੰਗ 811। ਇਸ ਸੁੱਚੀ ਰਸਨਾ ਤੇ ਸੱਚ ਆਪ ਆ ਕੇ ਬਿਰਾਜਦਾ ਹੈ। ਹੁਣ ਨਾਮ ਲੈਂਦਿਆਂ ਹੀ ਰਸਨਾ ਨੂੰ ਰਸ ਆਉਂਦਾ ਹੈ। ਰਸਨਾ ਮਾਨੋ ਸੱਚ ਦਾ ਸਿੰਘਾਸਨ ਬਣ ਗਈ ਹੈ। ਪ੍ਰਭ ਜੀ ਬਸੇ ਸਾਧ ਕੀ ਰਸਨਾ। ਗੌੜੀ ਸੁਖਮਨੀ ਮਹਲਾ ਪੰਜਵਾਂ, ਅੰਗ 263। ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ। ਸ਼ਲੋਕ ਕਬੀਰ, ਅੰਗ 1364। ਰਸਨਾ ਤੇ ਸੱਚ ਹੈ, ਇਸ ਵਾਸਤੇ ਰਸਨਾ ਤੋਂ ਨਿਕਲੇ ਹੋਏ ਵਾਕ ਪੂਰੇ ਹੁੰਦੇ ਹਨ। ਜਿਸ ਤਰ੍ਹਾਂ ਕੋਈ ਤੀਰ ਨਿਸ਼ਾਨੇ ਤੇ ਲੱਗੇ, ਬਚਨ ਜੋ ਨਿਕਲਣ ਉਹ ਲਕਸ਼ ਦੀ ਪੂਰਤੀ ਕਰਦੇ ਹਨ। ਸਾਧੂ ਬੋਲੇ ਸਹਿਜ ਸੁਭਾਏ, ਸਾਧ ਕਾ ਬੋਲਿਆ ਬਿਰਥ ਨ ਜਾਏ, ਬਿਰਥਾ ਨ ਜਾਏ। ਲੋਕੋ ਕਤੀ ਨਿਸਬਾਸ ਔਰ ਨਖੇਤਰ ਬਿਨਾਸੀ ਰਵ ਸਸਿयर ਬਿਨਾਦਾ। ਗਿਰ ਬਸਦਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟਲਾਦਾ। ਖੰਡ ਬਿਨਾਸੀ ਜੇਰ ਬਿਨਾਸੀ, ਉਤਪਜ ਬੇਸੇਤ ਬਿਨਾਦਾ। ਚਾਰ ਬਿਨਾਸੀ ਖਟੈ ਬਿਨਾਸੀ, ਇੱਕ ਸਾਧ ਬਚਨ ਨਿਹ ਚਲਾਦਾ। ਸਾਰਗ ਮਹਲਾ ਪੰਜਵਾਂ, ਅੰਗ 1204। ਹਰ ਇੱਕ ਬੋਲ ਤੋਲਿਆ ਹੋਇਆ ਹੁੰਦਾ ਹੈ ਤੇ ਹਰ ਵਾਕ ਅੰਮ੍ਰਿਤ ਰਸ ਨਾਲ ਭਰਿਆ ਹੋਇਆ ਅਮਰ ਜੀਵਨ ਦੇਣ ਵਾਲਾ ਹੁੰਦਾ ਹੈ। ਹਰ ਬਚਨ ਵਿੱਚ ਸਰੂਰ, ਉਮੰਗ ਤੇ ਉਤਸ਼ਾਹ ਪ੍ਰਗਟ ਹੁੰਦਾ ਹੈ। ਇਹ ਬੋਲ ਸਰੋਤਿਆਂ ਦੀ ਜ਼ਿੰਦਗੀ ਬਦਲ ਦਿੰਦੇ ਹਨ। ਇਹ ਬੋਲ ਅਮਰ ਕਵਿਤਾ ਤੇ ਰੱਬੀ ਸੰਗੀਤ ਨਾਲ ਓਤ-ਪੋਤ ਹੁੰਦੇ ਹਨ। ਨੰਬਰ 6, ਕੰਠ ਤੋਂ ਜਦ ਸ਼ਕਤੀ ਸਹਿਜੇ ਹੀ ਉੱਪਰ ਉੱਠਦੀ ਹੈ ਤਾਂ ਫਿਰ ਛੇਵਾਂ ਚੱਕਰ ਆਗਿਆ ਚੱਕਰ ਵਿੰਨਿਆ ਜਾਂਦਾ ਹੈ। ਇਸ ਨੂੰ ਕਪਾਟ ਖੁੱਲਣਾ ਕਹਿੰਦੇ ਹਨ। ਦਸਮ ਦੁਆਰ ਦਾ ਖੁੱਲ ਜਾਣਾ ਪਰਮ ਆਨੰਦ ਦੀ ਪ੍ਰਾਪਤੀ ਆਖਦੇ ਹਨ। ਆਗਿਆ ਚੱਕਰ ਤੋਂ ਸ਼ਕਤੀ ਸੁਰਤ ਅੱਗੇ ਜਾਂਦਿਆਂ ਸਮਾਧੀ ਨਸੀਬ ਹੋ ਜਾਂਦੀ ਹੈ। ਨਦੀ ਸਾਗਰ ਵਿੱਚ ਲੀਨ ਹੋ ਗਈ, ਜੀਵਨ ਪੂਰਾ ਹੋ ਜਾਂਦਾ ਹੈ। ਕੋਈ ਮਰ ਜਾਵੇ ਤਾਂ ਅਸੀਂ ਆਖਦੇ ਹਾਂ ਕਿ ਪੂਰਾ ਹੋ ਗਿਆ, ਪਰ ਜੀਵਨ ਤਾਂ ਉਸ ਦਿਨ ਪੂਰਨ ਹੁੰਦਾ ਹੈ ਜਾਂ ਪੂਰਨ ਵਿੱਚ ਲੀਨ ਹੁੰਦਾ ਹੈ ਤੇ ਕੇਵਲ ਪੂਰਨ ਕੇਵਲ ਅਕਾਲ ਪੁਰਖ ਹੈ। ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰੇ। ਜੈਤ ਸ੍ਰੀ ਮਹਲਾ ਪੰਜਵਾਂ, ਅੰਗ 705। ਇਸ ਅਵਸਥਾ ਤੋਂ ਪਹਿਲੇ ਚੱਕਰਾਂ ਵਿੱਚ ਪ੍ਰਮਾਤਮਾ ਅੰਸ਼ ਮਾਤਰ ਪ੍ਰਗਟ ਹੁੰਦਾ ਹੈ। ਹੁਣ ਅੱਠੇ ਪਹਿਰ ਇੱਕ ਰਸ ਹੈ, ਇੱਕ ਧੁਨ ਹੈ, ਇੱਕ ਅਮਰ ਸੰਗੀਤ ਤੇ ਵਿਸਮਾਦਮਈ ਅਵਸਥਾ ਹੈ। ਸੁਨ ਸਮਾਦ ਅਨਹਦ ਤੈਨਾਦ, ਕਹਿ ਨ ਜਾਈ ਅਚਰਜ ਵਿਸਮਾਦ। ਗੌੜੀ ਸੁਖਮਨੀ ਮਹਲਾ ਪੰਜਵਾਂ, ਅੰਗ 293। ਬਿਸਮ ਪੇਖੈ ਬਿਸਮ ਸੁਣੀਐ, ਬਿਸਮਾਦ ਨਦਰੀ ਆਇਆ। ਸੂਈ ਮਹਲਾ ਪੰਜਵਾਂ, ਅੰਗ 778। ਸੁਨ ਸਮਾਦ ਤੇ ਵਿਸਮਾਦ ਦੇ ਅਗੰਮੀ ਰਸ ਵਿੱਚ ਲੀਨਤਾ ਬਣੀ ਰਹਿੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।